ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਪਿਛਲੇ 2 ਹਫ਼ਤਿਆਂ ਤੋਂ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਬ੍ਰਿਗੇਡੀਅਰ ਕੁਲਦੀਪ ਸਿੰਘ ਬਰਾੜ ਨਾਲ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ, ਅਤੇ ਇਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਇੱਕ ਫੌਜੀ ਦੇ ਜੀਵਨ ਦੇ ਵਿੱਚ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਕਿ ਉਸ ਨੂੰ ਪ੍ਰੇਰਿਤ ਕਰਦੀਆਂ ਨੇ। ਬ੍ਰਿਗੇਡੀਅਰ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਬਾਰੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਪ੍ਰੇਰਿਤ ਹੋ ਕੇ ਫੌਜ ਵਿੱਚ ਗਏ, ਕੀ ਕੁਝ ਇਹਨਾਂ ਨੇ ਕੀਤਾ ਫੌਜ ਵਿੱਚ, ਅਤੇ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਅਸੀਂ ਪਹੁੰਚੇ ਸੀ ਪਿਛਲੇ ਹਫ਼ਤੇ ਕਿ ਕੀ ਕੁਝ ਹੋਇਆ। ਆਓ ਇਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਣੇ। ਵਨਸ ਅਗੇਨ ਜੀ ਵੈਲਕਮ ਬੈਕ ਟੂ ਦ ਪ੍ਰੋਗਰਾਮ। ਥੈਂਕ ਯੂ ਸਰ। ਸੋ ਰਿਟਾਇਰਮੈਂਟ ਹੋ ਕੇ ਤੁਸੀਂ ਦੱਸਿਆ ਪੰਜਾਬ ਵਿੱਚ ਹਾਲਾਤ ਥੋੜ੍ਹੇ ਵਿਗੜੇ ਹੋਏ ਸੀ, ਤੁਸੀਂ ਇੱਥੇ ਆ ਕੇ ਸੈਟਲ ਹੋਏ। ਥੋੜ੍ਹਾ ਜਿਹਾ ਬਰੀਫਲੀ ਉਸ ਨੂੰ ਟੱਚ ਕਰਦੇ ਹਾਂ, ਬਟ ਉਸ ਤੋਂ ਪਹਿਲਾਂ ਵੀ ਤੁਹਾਨੂੰ ਕਾਫੀ ਸਾਰੇ ਆਨਰਸ ਵੀ ਮਿਲੇ, ਤੁਹਾਨੂੰ VSM ਵਿਸ਼ੇਸ਼ ਸੇਵਾ ਮੈਡਲ ਵੀ ਮਿਲਿਆ, ਉਹ ਅਤੇ ਹੋਰ ਵੀ ਜਿਹੜੀ ਤੁਸੀਂ ਕੰਟਰੀਬਿਊਸ਼ਨ ਕੀਤੀ ਉਸ ਨੂੰ ਫੌਜ ਨੇ ਤਾਂ ਰੈਕਗਨਾਈਜ਼ ਕੀਤਾ। ਇੱਕ ਫੌਜੀ ਵਾਸਤੇ ਹੋਰ ਕੀ ਅਹਿਮ ਚੀਜ਼ ਹੋ ਸਕਦੀ ਹੈ ਕਿ ਉਸਦੇ ਕੰਧਿਆਂ ਦੇ ਉੱਤੇ ਜਿਹੜੇ ਸਟਾਰਸ ਲੱਗੇ ਹੁੰਦੇ ਨੇ ਜਾਂ ਜਿਹੜੇ ਮੈਡਲਸ ਲੈ ਕੇ ਉਹ ਘੁੰਮਦਾ ਹੈਗਾ, ਲੇਕਿਨ ਜਦੋਂ ਰਿਟਾਇਰ ਹੋ ਕੇ ਤੁਸੀਂ ਵਾਪਸ ਆਉਂਦੇ ਹੋ, ਕੀ ਕਮਿਊਨਿਟੀ ਉਸ ਜਿੰਨਾ ਤੁਹਾਨੂੰ ਡਿਊ ਰੈਕਗਨੀਸ਼ਨ ਮਿਲਣੀ ਚਾਹੀਦੀ ਹੈ ਕਿ ਉਹ ਮਿਲਦੀ ਹੈਗੀ? ਕਿਤੇ ਮਿਲਦੀ ਹੈ ਔਰ ਕਿਤੇ ਨਹੀਂ। ਆਮ ਤੌਰ 'ਤੇ ਵੈਸੇ ਸਰਕਾਰ ਵੱਲੋਂ ਬਹੁਤ ਘੱਟ। ਤੁਸੀਂ ਠੀਕ ਕਿਹਾ ਸੀਗਾ ਕਿ ਜਦੋਂ ਤੱਕ ਜਦ ਤੱਕ ਲੜਾਈ ਹੁੰਦੀ ਹੈ ਤਾਂ ਸਾਰੇ ਫੌਜੀ ਨੂੰ ਯਾਦ ਕਰਦੇ ਨੇ ਜੀ। ਜਦੋਂ ਲੜਾਈ ਖਤਮ ਹੋ ਜਾਂਦੀ ਹੈ ਸਾਰੇ ਪੁਲ ਭੁਲਾ ਜਾਂਦੇ ਨੇ, ਜਿਹਨੇ ਵਾਅਦਾ ਕੀਤੇ ਹੁੰਦੇ ਸਾਰੇ ਮੁੱਕਰ ਜਾਂਦੇ ਨੇ ਜਾਂ ਪੁਲ ਭੁਲਾ ਜਾਂਦੇ ਨੇ, ਕੋਈ ਨਹੀਂ ਪੂਰੇ ਕਰਦੇ, ਵਿਚ ਇਜ਼ ਅ ਸੈਡ ਥਿੰਗ। ਇਸੇ ਕਰਕੇ ਇਸੀ ਵਜ੍ਹਾ ਨਾਲ ਜਿਹੜੇ ਹੁਣ ਕਾਰਪੋਰੇਟ ਵਰਲਡ ਵਿੱਚ ਹੈ ਨੌਕਰੀਆਂ ਹੈ, ਦੇ ਆਰ ਵੈਰੀ ਵੈਲ ਪੇਡ। ਅਤੇ ਅੱਜ ਕੱਲ੍ਹ ਜਿਹੜੇ ਯੂਥ ਹੈ, ਪਹਿਲੇ ਗਵਰਨਮੈਂਟ ਕਾਲਜ ਲੁਧਿਆਣਾ ਚੋਂ, ਦਿੱਲੀ ਚੋਂ, ਜਲੰਧਰ ਕਾਲਜਾਂ ਚੋਂ, ਅੰਮ੍ਰਿਤਸਰ ਚੋਂ ਬੜੇ ਆਪਣੇ ਲੜਕੇ ਆਉਂਦੇ ਸਨ ਕਮਿਸ਼ਨ ਲੈਣ। ਅੱਜ ਕੱਲ੍ਹ ਕੋਈ ਆਉਣ ਨੂੰ ਤਿਆਰ ਨਹੀਂ, ਕਿਉਂਕਿ ਕਹਿੰਦੇ ਵੀ ਕਾਹਨੂੰ ਮਰਨਾ ਹੈ। ਠੀਕ, ਉਹਨਾਂ 'ਚ ਵਲਵਲਾ ਉਹ ਹੈ ਨਹੀਂ ਜਿੰਨਾ ਸਾਡੇ ਸੀਗਾ, ਸਾਡੀ ਪੀੜ੍ਹੀ ਵਿੱਚ ਸੀ ਜਾਂ ਸਾਡੇ ਪਿੱਛੋਂ ਵੀ ਸੀਗਾ ਟਿਲ ਰੀਸੈਂਟਲੀ। ਪਰ ਅੱਜ ਕੱਲ੍ਹ ਕਿਉਂਕਿ ਸਰਕਾਰ ਵੱਲੋਂ ਇੰਨੀ ਮਾਨਤਾ ਹੈ ਨਹੀਂ ਜੀ, ਸਰਕਾਰ ਵੱਲੋਂ ਇੰਨੀ ਇੰਸਪੀਰੇਸ਼ਨ ਹੈ ਨਹੀਂ, ਔਰ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਹੁੰਦੇ ਮੁਨਕਰ ਨੇ, ਇਸ ਕਰਕੇ ਦੇ ਆਰ ਵੈਰੀ ਰਿਲੈਕਟੈਂਟ ਟੂ ਕਮ ਟੂ। ਇੱਜ਼ਤ ਦੀ ਵੀ ਜਿਹੜੀ ਅਸੀਂ ਗੱਲ ਕਰਨੀ, ਕਿਉਂਕਿ ਕਿੱਥੇ ਆ ਕੇ ਇੱਕ ਫੌਜੀ ਜਿਸਨੇ ਕਿ ਆਪਣਾ ਸਾਰਾ ਜੀਵਨ ਲਾ ਦਿੱਤਾ ਹੈਗਾ ਫੌਜ ਦੇ ਵਿੱਚ, ਵਾਪਸ ਆ ਕੇ ਈਵਨ ਸਿਵਲ ਦਾ ਜੋ ਸਿਸਟਮ ਬਣਿਆ ਪਿਆ ਉਸ ਦੇ ਵਿੱਚ ਰੈਕਗਨੀਸ਼ਨ ਦੇ ਦੂਰ ਦੀ ਗੱਲ, ਈਵਨ ਰਿਸਪੈਕਟ ਜਿਹੜੀ ਉਹ ਵੀ ਖਤਮ ਹੋ ਜਾਂਦੀ ਹੈਗੀ ਹੈ। ਇੱਕ ਸਿਵਲੀਅਨ ਅਫਸਰ ਦੇ ਸਾਹਮਣੇ ਇੱਕ ਫੌਜੀ ਅਫਸਰ ਜਿਹੜਾ ਹੈਗਾ ਹੈ, ਉਸ ਦੀ ਤੁਲਨਾ ਜਦੋਂ ਕਰਦੇ ਹਾਂ ਤਾਂ ਇੱਕ ਵੱਖਰਾ ਹੀ ਮਾਹੌਲ ਜਿਹੜਾ ਸਿਵਲ 'ਚ ਹੁੰਦਾ ਹੈ। ਸੋ 90s ਜਦੋਂ ਤੁਸੀਂ ਵਾਪਸ ਆਏ, ਟੈਰਰਿਜ਼ਮ ਦਾ ਮਾਹੌਲ ਸੀ, ਥੋੜ੍ਹਾ ਜਿਹਾ ਬਰੀਫਲੀ ਸਾਨੂੰ ਦੱਸੋ ਕਿ ਉਸ ਸਮੇਂ ਕਿਸ ਤਰ੍ਹਾਂ ਤੁਸੀਂ ਅਡੈਪਟ ਕੀਤਾ, ਕਿਉਂਕਿ ਅਲਟੀਮੇਟਲੀ ਇੱਕ ਫੌਜੀ ਜਿਸਨੇ ਕਿ ਦੇਸ਼ ਵਾਸਤੇ ਹੀ ਕੁਰਬਾਨੀਆਂ ਕੀਤੀਆਂ ਹੋਣ ਅਤੇ ਉਹਦੇ ਸਾਹਮਣੇ ਸਾਰਾ ਆਪਣੇ ਹੀ ਵਤਨ ਚੱਲ ਰਿਹਾ ਹੋਏ ਤਾਂ ਬੜੀ ਪ੍ਰੋਬਲਮ ਹੁੰਦੀ ਹੈ, ਬੜਾ ਮੁਸ਼ਕਿਲ ਹੋ ਜਾਂਦੀ ਹੈ। ਬਿਲਕੁਲ ਠੀਕ ਕਿਹਾ ਜੀ ਤੁਸੀਂ। ਜਦੋਂ ਮੈਂ ਆਇਆ ਤਾਂ ਰੋਜ਼ ਅਖਬਾਰ 'ਚ ਪੜ੍ਹਦੇ ਸਾਂ, ਅੱਜ ਫਲਾਣੀ ਜਗ੍ਹਾ ਇੰਨੇ ਮਰ ਗਏ, ਫਲਾਣੀ ਜਗ੍ਹਾ ਉਹ ਮਰ ਗਏ। ਸੋ ਮੈਂ ਪੁੱਛਦਾ ਸਾਂ ਆਪਣੇ ਰਿਸ਼ਤੇਦਾਰਾਂ ਨੂੰ, ਆਪਣੀ ਸਿਸਟਰ ਨੂੰ, ਭੈਣ ਜੀ, ਦੂਸਰਿਆਂ ਨੂੰ ਕਿ ਇਹ ਕਿਉਂ ਹੋ ਰਿਹਾ। ਕਹਿੰਦੇ ਜੀ ਇਹ ਪੁਲਿਸ ਕਰਵਾ ਰਹੀ ਹੈ, ਸਰਕਾਰ ਕਰਵਾ ਰਹੀ ਹੈ। ਮੈਂ ਸਰਕਾਰੀ ਬੰਦਾ ਸਾਂ, ਫੌਜ ਸਰਕਾਰ ਦੀ ਹੁੰਦੀ ਹੈ। ਆਈ ਕੁਡ ਨਾਟ ਬਿਲੀਵ। ਮੈਂ ਕਿਹਾ ਕਿਵੇਂ ਸਰਕਾਰ ਕਰ ਸਕਦੀ, ਆਪਣੀ ਸਰਕਾਰ ਆਪਣੇ ਆਪ ਨੂੰ ਥੋੜ੍ਹਾ ਮਾਰੇਗੀ ਜੀ। ਅਤੇ ਕਹਿੰਦੇ ਵੀਰ ਜੀ ਤੁਹਾਨੂੰ ਨਹੀਂ ਪਤਾ ਕੀ ਹੁੰਦਾ ਹੈ। ਸੋ ਇੱਕ ਫਿਰ ਸਰਕਾਰ ਨੇ, ਪੰਜਾਬ ਗਵਰਨਮੈਂਟ ਨੇ ਵਿਦ ਸੈਂਟਰਲ ਗਵਰਨਮੈਂਟ, ਪੰਜਾਬ 'ਚ ਗਵਰਨਮੈਂਟ ਰੂਲ ਸੀਗਾ, ਗਵਰਨਰ ਰੂਲ ਜੀ, ਔਰ ਇੱਕ ਸਕੀਮ ਚਲਾਈ ਸੀਗੀ ਪੰਜਾਬ ਯੂਥ ਟ੍ਰੇਨਿੰਗ ਐਂਡ ਐਮਪਲੋਇਮੈਂਟ ਪੰਜਾਬ ਬੋਰਡ ਯੂਥ। ਉਹਨਾਂ ਨੇ ਇਹ ਕਿਆਸ ਲਾਇਆ ਕਿ ਜਿੰਨੇ ਵੀ ਅਸੀਂ ਖਾੜਕੂ ਜਾਂ ਜਿੰਨੇ ਵੀ ਫੜ ਲੈਂਦੇ ਜਾਂ ਮਾਰ ਦਿੰਦੇ ਹਾਂ, ਹੋਰ ਖਾੜਕੂ ਜੁਆਇਨ ਕਰ ਜਾਂਦੇ ਨੇ ਉਹਨਾਂ ਔਰਗਨਾਈਜੇਸ਼ਨਸ ਨੂੰ ਜੀ। ਉਹਨਾਂ ਨੂੰ ਇਹ ਸਮਝ ਆਈ ਕਿ ਪਹਿਲਾਂ ਪੰਜਾਬ 'ਚੋਂ ਕਾਫੀ ਭਰਤੀ ਹੁੰਦੀ ਸੀ, ਜਿਹੜਾ ਆਪਣੇ ਜਵਾਨ ਸਨ ਮੁੰਡੇ 10ਵੀਂ ਪਾਸ ਕਰਕੇ ਜਾਂ 8-9 ਜਮਾਤਾਂ ਪਾਸ ਕਰਕੇ, ਸਿੱਖ ਰੈਜੀਮੈਂਟ, ਪੰਜਾਬ ਰੈਜੀਮੈਂਟ, ਡੋਗਰਾ ਰੈਜੀਮੈਂਟ, ਸਾਰੇ ਰੈਜੀਮੈਂਟ, ਆਰਟਲਰੀ, ਆਰਮਡ ਸੋ ਚਲੇ ਜਾਂਦੇ ਸਨ। 1971 ਦੀ ਲੜਾਈ ਤੋਂ ਬਾਅਦ ਜਗਵੀਰ ਰਾਮ ਜੀ ਨੇ ਇੰਦਰਾ ਗਾਂਧੀ ਨੂੰ ਕਿਹਾ ਕਿ ਦੇਖੋ ਜੀ ਜਿਹੜੀ ਆ ਫੌਜ ਹੈ ਇਹਦੇ 'ਚ ਵੀ ਭਰਤੀ ਪ੍ਰੋ ਰਾਟਾ ਬੇਸਿਸ ਹੋਣੀ ਚਾਹੀਦੀ, ਜਿੰਨੀ ਜਿਹਦੀ ਪਾਪੂਲੇਸ਼ਨ ਸੂਬੇ ਦੀ ਉਹਦੇ ਮੁਤਾਬਕ ਉਹਨੂੰ ਵੈਕੈਂਸੀਆਂ ਮਿਲਣ। ਠੀਕ, ਪੰਜਾਬ ਦੀ ਜਿਹੜੀ ਪਾਪੂਲੇਸ਼ਨ ਸੀਗੀ 1.5%, 100 ਚੋਂ 1.5 ਬੰਦਾ ਹਿੰਦੁਸਤਾਨ ਚੋਂ ਪੰਜਾਬ ਦਾ, ਅਤੇ ਬਿਹਾਰ ਦੇ 10 ਬੰਦੇ, ਯੂਪੀ ਦੇ ਸ਼ਾਇਦ 20 ਬੰਦੇ, 30 ਬੰਦੇ, ਇਹਦੇ ਮੁਤਾਬਕ ਜਿੰਨੀਆਂ ਵੈਕੈਂਸੀ ਉਹ ਲੜਨ ਨੂੰ ਤਿਆਰ ਨਹੀਂ ਸੀ ਹੁੰਦੇ ਸਨ। ਸਾਡੇ ਮੁੰਡੇ ਤਿਆਰ ਹੁੰਦੇ ਸਨ ਪਰ ਉਹ ਨੌਕਰੀ ਨਹੀਂ ਮਿਲਦੀ ਸੀ, ਅਤੇ ਨੌਕਰੀ ਨਹੀਂ ਮਿਲਦੀ ਸੀ। ਉਹ ਕੋਈ ਤਕਰੀਬਨ 1.5 ਲੱਖ ਆਪਣਾ ਲੜਕਾ ਬਾਈ ਦੈਨ 90 ਦੇ ਵਰ 10ਵੀਂ ਜਮਾਤ ਦਾ ਪਾਸ,
ਪਰ ਕੋਈ ਨੌਕਰੀ ਨਹੀਂ, ਜ਼ਮੀਨਾਂ ਘਟ ਗਈਆਂ, ਰਾਈਟ ਦੇ ਵਰ ਨਾਟ ਵਾਇਬਲ ਇਨ ਫਰੂਟਫੁਲ, ਰਾਈਟ ਸੋ ਦੇ ਕੁਡ ਨਾਟ ਆਪਣਾ ਜ਼ਮੀਨਾਂ ਵਾਹਣ ਜੋਗੀਆਂ ਰਹੀਆਂ ਨਹੀਂ, ਠੀਕ ਬਾਹਰ ਜਾਣ ਜੋਗੇ ਇੰਨੇ ਹੋ ਸਕਦੇ ਨਹੀਂ ਸੀ, ਤੇ ਉਹ ਨੌਕਰੀਆਂ ਮਿਲਦੀਆਂ ਨਹੀਂ ਸੀ। ਇਸ ਕਰਕੇ ਪਾਕਿਸਤਾਨ and to an extent politicians and to an extent police, they exploited the situation. ਰਾਈਟ ਤੇ ਉਹਨਾਂ ਨੇ ਖਾੜਕੂਵਾਦ ਵਿੱਚ ਵੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਕਿਹਾ ਸਾਡੇ ਕੋਲ 47 ਲੈ ਲਓ, AK-47 ਵਿਲ ਗਿਵ Right. ਟ੍ਰੇਨਿੰਗ। ਸੇ ਮੁੰਡੇ ਵਿਚਾਰੇ ਦੁਖੀ ਹੋਏ ਸਨ। ਇਹ ਕੈਂਪਾਂ 'ਚੋਂ ਮੈਂ ਬਾਅਦ 'ਚ ਕੈਂਪ ਚਲਾਏ, ਜੀ ਸਾਡੇ ਕੋਲ ਜੋ ਪੋਲੀਟੀਸ਼ੀਅਨ ਆਉਂਦੇ ਸਨ, ਮੈਂਬਰ ਆਫ ਪਾਰਲੀਮੈਂਟ ਜਾਂ ਗਵਰਨਰ ਦੂਸਰੇ, ਮੈਂ ਉਹਨਾਂ ਨੂੰ ਕਹਿੰਦਾ ਸੀ ਜਿਹੜਾ ਪੰਜਾਬ ਦਾ ਯੁਵਕ ਹੈ, ਸਿੱਖ ਯੁਵਕ ਹੈ ਖਾਸ ਕਰਕੇ, ਜੀ ਇਹ ਦੋ ਚੀਜ਼ਾਂ ਜਾਣਦਾ ਹੈ, ਦੋ ਚੀਜ਼ਾਂ 'ਚ ਮਾਹਰ ਹੈ, ਜਾਂ ਗੋਲੀ ਚਲਾਉਣਾ ਜਾਂ ਹਲ ਚਲਾਉਣਾ। ਠੀਕ ਹਲ ਚਲਾਉਣ ਜੋਗੇ ਹੁਣ ਜ਼ਮੀਨ ਰਹੀ ਨਹੀਂ, ਟਰੈਕਟਰਾਂ ਜੋਗੀ ਨਾ ਹਲ ਜੋਗੀ। ਰਾਈਟ ਔਰ ਦੂਸਰਾ ਗੋਲੀ ਚਲਾਉਣ ਵਾਸਤੇ ਪਹਿਲਾਂ ਬਾਰਡਰ 'ਤੇ ਜਾਂਦੇ ਸਨ, ਦੇਸ਼ ਦੀ ਰੱਖਿਆ ਕਰਦੇ ਸਨ, ਹੁਣ ਤੁਸੀਂ ਭਰਤੀ ਨਹੀਂ ਕਰਦੇ, ਤੇ ਆ ਜਿਹੜੇ ਯੁਵਕ ਹੈ ਖਾਲੀ ਬੈਠੇ ਨੇ, ਤੇ ਉਹ ਜਿਹੜੇ ਦੂਜੇ ਬੰਦੇ ਨੇ ਉਹ ਕਹਿੰਦੇ ਸਾਡੇ ਕੋਲੋਂ ਲੈ ਲਓ, ਗੋਲੀ ਚਲਾਉਣ ਦਾ ਬੰਦੋਬਸਤ ਤੁਹਾਨੂੰ ਦਿੰਦੇ ਹਾਂ, ਤੇ ਗੋਲੀ ਤੁਸੀਂ ਚਲਾਓ। ਰਾਈਟ ਤੇ ਇਸ ਕਰਕੇ ਗੋਲੀਆਂ ਚੱਲਦੀਆਂ। ਜੇ ਤੁਸੀਂ ਯੁਵਕਾਂ ਨੂੰ ਕੰਮ ਲਾ ਦਿਓਗੇ, ਆਹਾਰ ਲਾ ਦਿਓਗੇ, ਫੈਮਲੀਆਂ ਦੇ ਗੈਟ ਦੇ ਰੋਜ਼ੀ ਰੋਟੀ ਮਿਲ ਜਾਏਗੀ, ਰਾਈਟ ਇਹ ਅੱਤਵਾਦ ਖਤਮ ਹੋ ਜਾਏਗਾ। ਠੀਕ ਦੂਸਰੀ ਗੱਲ ਜਿਹੜੇ ਜਾਇਜ਼ ਮੰਗਾਂ ਨੇ ਯਾ ਸਿੱਖਾਂ ਦੀਆਂ, ਉਹ ਪੂਰੀਆਂ ਕਰ ਦਿਓ। ਠੀਕ। ਕੀ ਮੁਸ਼ਕਿਲ ਵਿੱਚ ਦੇ ਵਾਂਟ ਸਮ ਆਟੋਨਮੀ, ਸਮ ਲਿਟਲ more additional Right. industries ਵਗੈਰਾ, you must honor that. ਰਾਈਟ ਸੋ ਇਸ ਕਰਕੇ they had this camp, ਉਹਨਾਂ ਨੇ ਕੈਂਪ ਚਲਾਏ ਕਿ ਜਿਹੜੇ ਖਾਸ ਕਰਕੇ 3 ਜ਼ਿਲ੍ਹੇ ਬਾਰਡਰ ਆਪਣੇ ਬਾਰਡਰ ਦੇ ਅੰਮ੍ਰਿਤਸਰ ਸਨ, ਗੁਰਦਾਸਪੁਰ they are ਫਿਰੋਜ਼ਪੁਰ very ਬੜੇ ਦਲੇਰ ਨੇ ਯੁਵਕ Right. ਇੱਥੋਂ ਦੇ, ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਦੇ। ਠੀਕ ਜਿੰਨੀਆਂ ਵੀ ਲੜਾਈਆਂ ਹੋਈਆਂ ਹਿੰਦੁਸਤਾਨ ਦੇ ਇਤਿਹਾਸ 'ਚ ਅੱਜ ਤੱਕ, ਜੀ। ਪਿਛਲੇ ਕਈ ਹਜ਼ਾਰਾਂ ਸਾਲਾਂ ਤੋਂ, ਸਾਰੀਆਂ ਜਿਹੜੇ ਬਾਹਰਲੇ ਇਨਵੇਡਰ ਆਉਂਦੇ ਸਨ, ਜੀ। ਹਮਲਾਵਰ, ਇੱਥੋਂ ਹੀ ਆਉਂਦੇ ਸੀ। ਇੱਥੇ ਬਿਆਸ ਤੇ ਸਤਲੁਜ ਦੇ ਕੰਢੇ ਤੱਕ ਆ ਕੇ ਸਾਰੀ ਲੜਾਈ ਖਤਮ ਹੋ ਜਾਂਦੀ ਸੀ। ਠੀਕ ਪੁਲਿਸ ਨੇ ਲੜਾਈ ਲੜੀ ਉੱਥੇ ਅਟਕ ਤੇ, ਜਾਂ ਜਿੱਥੇ ਵੀ ਜੇਲਮ ਇੱਥੇ, ਜਾਂ ਸਿਕੰਦਰ ਵੀ ਆ ਬਿਆਸ ਤੱਕ ਆ ਕੇ ਉਹਦੇ ਹੋ ਗਿਆ ਕੰਮ। ਰਾਈਟ ਔਰ ਜਿੰਨੇ ਵੀ ਪਾਣੀਪਤ ਦੀ ਲੜਾਈ ਸਾਰੀ ਪੰਜਾਬ ਦੀ ਧਰਤੀ 'ਤੇ ਲੜਾਈ ਹੁੰਦੀ ਸੀ। ਤਾਂ ਬ੍ਰਿਗੇਡੀਅਰ ਸਾਹਿਬ ਤੁਸੀਂ ਫਿਰ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਇਸ ਪਾਸੇ ਆਕਰਸ਼ਿਤ ਕੀਤਾ, ਕੰਮ ਕੀਤਾ ਉਹਨਾਂ ਦੇ ਨਾਲ, ਉਹਦਾ ਕੀ ਇੰਪੈਕਟ ਪਿਆ, ਇਹਦੇ ਬਾਰੇ ਜਾਣਕਾਰੀ ਲੈਣੀ ਸੀ ਛੋਟੀ ਜੀ ਬ੍ਰੇਕ ਤੋਂ ਬਾਅਦ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਬ੍ਰਿਗੇਡੀਅਰ ਕੁਲਦੀਪ ਸਿੰਘ ਬਰਾੜ ਨਾਲ, ਤੇ ਰਿਟਾਇਰਮੈਂਟ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਹਾਲਾਤ ਠੀਕ ਨਹੀਂ ਸਨ, ਇਹਨਾਂ ਨੇ ਟ੍ਰੇਨਿੰਗ ਕੀਤੀ ਉਹ ਨੌਜਵਾਨਾਂ ਦੀ ਤਾਂ ਕਿ ਉਹ ਗਲਤ ਪਾਸੇ ਨਾ ਜਾਣ ਅਤੇ ਵਾਪਸ ਮੇਨ ਸਟ੍ਰੀਮ ਵਿੱਚ ਹੀ ਰਹਿ ਕੇ ਉਹਨਾਂ ਨੂੰ ਨੌਕਰੀਆਂ ਮਿਲ ਸਕਣ। ਔਰ ਇਸ ਬਾਰੇ ਕੁਝ ਹੋਰ ਜਾਣਕਾਰੀ ਲੈਣੇ। ਜੀ ਬ੍ਰਿਗੇਡੀਅਰ ਸਾਹਿਬ, ਸੋ ਕਿੰਨੇ ਸਾਲ ਤੁਸੀਂ ਉਹਨਾਂ ਨਾਲ ਕੰਮ ਕੀਤਾ ਤੇ ਇਹਦਾ ਕੀ ਇਫੈਕਟ ਕੀ ਪਿਆ? ਮੈਂ 2 ਸਾਲ ਉੱਥੇ ਸੈੱਟ ਕੀਤੇ ਕੈਂਪ, ਠੀਕ। ਔਰ ਟ੍ਰੇਨਿੰਗ ਦੇ ਵਾਸਤੇ ਸਾਰਾ ਮੈਂ ਸੈਟਅਪ ਕਰਕੇ ਕੋਈ 14,000 ਦੇ ਕਰੀਬ ਜਵਾਨ ਲੜਕੇ ਨੌਜਵਾਨ ਯੁਵਕ ਸੀ। ਜਿਹੜੇ ਅੱਛਾ ਨੌਜਵਾਨ, ਉਹਨਾਂ ਨੂੰ ਐਜੂਕੇਸ਼ਨ, ਫਿਜ਼ੀਕਲ ਟ੍ਰੇਨਿੰਗ ਦੇ ਕੇ ਤੇ ਉਹਨਾਂ ਨੂੰ ਭਰਤੀ ਯੋਗ ਬਣਾਇਆ। ਰਾਈਟ ਇਨ ਦ ਵੇਰੀਅਸ ਫੋਰਸਸ, ਆਪਣੇ ਪੁਲਿਸ ਐਂਡ Paramilitary forces। ਪੈਰਾਮਿਲਟਰੀ, ਆਰਮੀ ਠੀਕ ਜਾਂ ਹੈ। ਟੈਕਨੀਕਲ, ਆਲਸੋ 300-400 ਡਰਾਈਵਰ ਨੂੰ ਟ੍ਰੇਨਿੰਗ ਦਿੱਤੀ, ਉਹਨਾਂ ਨੂੰ ਲਾਇਸੈਂਸ ਦਿਵਾਏ। ਔਰ ਉਸ ਤੋਂ ਬਾਅਦ ਜਿਹੜੀ ਸਨਅਤੀ ਟ੍ਰੇਨਿੰਗ ਦਿਵਾਈ ਲੁਧਿਆਣੇ ਤੇ ਹੋਰ ਇੰਡਸਟਰੀਜ਼ 'ਚ, ਠੀਕ। ਤਾਂ ਕਿ ਉਹ ਇਸ ਕੰਮ ਯੋਗ ਹੋ ਜਾਣ ਕਿ ਉਹ ਮਕੈਨਿਕੀ ਦਾ ਜਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਸਕਣ, ਠੀਕ। ਜਾਂ ਉਹ ਖੁਦ ਆਪਣਾ ਘਰੇ ਕੰਮ ਕਰ ਸਕਣ। ਰਾਈਟ ਸੋ ਇਹ 2 ਸਾਲ ਤੋਂ ਬਾਅਦ ਫਿਰ ਮੈਂ ਸਾਰਾ ਕੰਮ ਸੈੱਟ ਕਰਕੇ, ਜਿਹੜਾ ਸਟਾਫ ਮੇਰਾ ਬੜਾ ਚੰਗਾ ਸੀ, ਠੀਕ। ਮੈਂ ਹੈਂਡਡ ਓਵਰ ਟੂ them and they Wonderful। carried on that। ਹੁਣ ਬ੍ਰਿਗੇਡੀਅਰ ਸਾਹਿਬ ਇਹ ਦੱਸੋ ਕਿ ਫੌਜ ਦੀ ਜ਼ਿੰਦਗੀ ਜਿਹੜੀ ਇੱਕ ਵੱਖਰੀ ਜ਼ਿੰਦਗੀ ਹੈਗੀ ਹੈ, ਬਹੁਤ ਸਾਰੇ ਤੁਹਾਡੇ ਐਕਸਪੀਰੀਐਂਸਿਸ ਨੇ, ਸਮਾਂ ਨਹੀਂ ਇੰਨਾ ਹੋਏਗਾ ਕਿ ਅਸੀਂ ਉਹਨਾਂ ਨੂੰ ਸਮੇਟ ਸਕੀਏ। ਕੋਈ ਮੇਜਰ ਐਕਸਪੀਰੀਐਂਸ ਜਿਹੜਾ ਤੁਹਾਨੂੰ ਅੱਜ ਵੀ ਇਹ ਯਾਦ ਹੈਗਾ, ਜਿੱਥੋਂ ਤੁਸੀਂ ਮਾਣ ਮਹਿਸੂਸ ਕਰਦੇ ਹੋ ਕਿ ਮੈਂ ਇੰਡੀਅਨ ਆਰਮੀ 'ਚ ਕੰਮ ਕੀਤਾ ਹੈ? ਇੱਕ ਤਾਂ ਬਾਹਰ ਦੀ ਲੜਾਈ, ਅੱਛਾ ਜੀ। ਕਿਉਂਕਿ ਘੇਰਾ ਪਿਆ ਸੀਗਾ ਤੇ 13,500 ਦੀ ਹਾਈਟ ਦੇ 6 ਕਮਾਊ ਨੂੰ। ਅੱਛਾ ਜੀ। ਸਾਡੀ ਬਟਾਲੀਅਨ ਨੂੰ ਹੁਕਮ ਮਿਲਿਆ ਕਿ ਜਾ ਕੇ ਉਹਨਾਂ ਨੂੰ ਰੀਇਨਫੋਰਸ ਕਰੋ, ਉਹਨਾਂ ਨੂੰ ਰਿਲੀਵ ਕਰੋ। ਜੀ। ਬਹੁਤ ਕੈਜੁਅਲਟੀ ਹੋ ਰਹੀ ਸੀ। ਚੀਨੀਆਂ ਦਾ ਘੇਰਾ ਪਿਆ ਸੀ, ਘੇਰਾ ਤੋੜ ਕੇ ਮੈਂ ਸਭ ਤੋਂ ਅੱਗੇ ਬਟਾਲੀਅਨ, ਮੈਂ ਇੰਟੈਲੀਜੈਂਸ ਅਫਸਰ ਸਾਂ, ਓਕੇ। ਮੋਟਰ ਅਫਸਰ, ਤੇ ਸੀਓ ਨੇ ਕਿਹਾ ਕਿ ਇੰਟੈਲੀਜੈਂਸ ਅਫਸਰ ਦਾ ਕੰਮ ਹੁੰਦਾ ਹੈ ਨੈਵੀਗੇਟ ਕਰਨਾ, ਬਟਾਲੀਅਨ ਨੂੰ ਗਾਈਡ ਕਰਨਾ। ਰਾਈਟ। ਕੋਈ ਰਸਤਾ ਰੁਸਤਾ ਨਹੀਂ ਸੀ।
ਬਿਲਕੁਲ ਘਾਹ ਜਾਂ ਝਾੜੀਆਂ ਵਿੱਚ ਹੀ ਜਾਂਦੇ ਸਾਂ ਰਾਈਟ ਅੱਧੀ ਰਾਤ ਨੂੰ। ਜਿਹੜਾ 48 ਘੰਟੇ ਦਾ ਰਸਤਾ ਸੀ ਅਸੀਂ 24 ਘੰਟੇ 'ਚ ਪੂਰਾ ਕਰਤੇ ਬਗੈਰ ਬ੍ਰੇਕ ਲੈਣ ਤੋਂ, ਘੇਰਾ ਤੋੜ ਕੇ। ਮਸ਼ੀਨ ਗੰਨਾਂ ਮੈਂ ਖੁਦ ਚਲਾਈ, ਨਾਲ ਮੇਰੇ ਐਨਸੀਓ ਸਨ ਸੱਜੇ ਪਾਸੇ, ਤੇ 3 ਅਪ ਤੇ ਮੇਜਰ ਗਰੇਵਾਲ, ਦੈਨ ਮੇਜਰ ਗਰੇਵਾਲ ਬੜੇ ਬਹਾਦਰ ਸਨ ਨਾਲ ਸਾਡੇ। ਅਸੀਂ ਨਾਰੇ ਲਾਉਂਗੇ ਲਾ ਕੇ ਚਲੇ ਗਏ। ਠੀਕ। ਸਾਨੂੰ ਪਤਾ ਅਸੀਂ ਮਰ ਤੇ ਜਾਣਾ ਹੈ। ਉਹ ਕਹਿੰਦੇ ਮਰਨਾ ਤਾਂ ਕੋਈ ਗੱਲ ਨਹੀਂ, ਸਾਡਾ ਕੰਮ ਕੀ ਹੈ, ਫੌਜ ਦਾ ਕੰਮ ਕੀ ਹੈ। ਆਪਣੀ ਜੇ ਦੇਸ਼ ਦੇ ਵਾਸਤੇ ਕੰਮ ਕਰਦਿਆਂ ਸ਼ਹਾਦਤ ਹੋ ਜਾਏ ਚੰਗੀ ਗੱਲ ਹੈ, ਰਾਤ ਦਾ ਐਕਸੀਡੈਂਟ ਦੇ ਬਾਅਦ ਸ਼ਹਾਦਤ ਹੋ ਜਾਏ ਰਾਈਟ ਜਾਂ ਮਰ ਜਾਈ। ਬਟ ਪਹੁੰਚ ਗਏ, ਮਰੇ ਨਹੀਂ। ਠੀਕ। ਉੱਥੇ ਫਿਰ 10 ਘੰਟੇ ਲੜਾਈ ਲੜਦੇ ਰਹੇ। ਐਮਨੀਸ਼ਨ ਖਤਮ ਹੋ ਗਿਆ ਕਿਉਂਕਿ ਸਾਡੇ ਕੋਲ ਹੈ ਨਹੀਂ ਸੀ ਕੋਈ ਹੋਰ, ਥੋੜਾ ਹੀ ਸੀ, ਔਰ ਅਰਟਿਲਰੀ ਕੋਈ ਹੈ ਨਹੀਂ ਸੀ। ਹੁਕਮ ਮਿਲਿਆ ਵਾਪਸ ਆਉਣ ਦਾ, ਫਿਰ ਘੇਰਾ ਤੋੜ ਕੇ ਵਾਪਸ ਆਏ। 14 ਦਿਨ ਕਿਉਂਕਿ ਥੱਲੇ ਚੀਨੇ ਆ ਚੁੱਕੇ ਸਨ, ਸਾਰਾ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਮੈਨੂੰ ਪਹਾੜ ਦੇ ਉੱਪਰ ਦੀ ਆਪਣੇ ਮੇਰੇ ਨਾਲ 5-6 ਜਵਾਨ ਸਨ, ਅਸੀਂ ਸਾਰੇ ਜ਼ਖਮੀ ਸਾਂ। ਠੀਕ। 3-4 ਹੋਰ ਕਮਾਉਂਦੇ ਵੀ ਆ ਕੇ ਮਿਲ ਗਏ। 10 ਆਦਮੀ ਅਸੀਂ 14 ਦਿਨ ਬਗੈਰ ਰੋਟੀ ਤੋਂ, ਵਾਓ, ਪੱਤੇ ਖਾਦੇ, ਬਰਫ਼ ਖਾਦੀ, ਪਾਣੀ ਪੀਤਾ। ਵਾਓ। ਔਰ 6ਵਾਂ-7ਵਾਂ ਦਿਨ ਇਹੋ ਜਿਹਾ ਸੀ, ਤੁਰਨ ਜੋਗੀ ਹਿੰਮਤ ਨਹੀਂ ਸੀ, ਲੇਕਿਨ ਮੈਂ ਆਪਣੇ ਮਨ 'ਚ ਤਾਤੀ ਵਾਵ ਨੂੰ ਲਾਗੇ ਦਾ ਸ਼ਬਦ ਦਾ ਜਾਪ ਲਗਾਤਾਰ ਕਰਦਾ ਹੁੰਦਾ ਸੀ। ਸਵਾਏ ਸੋ ਜਦੋਂ ਮੈਂ ਜਵਾਨਾਂ ਨੂੰ ਹੁਕਮ ਦੇਣਾ, ਮੈਂ ਲੀਡ ਕਰਦਾ ਸਾਂ। ਰਾਈਟ। ਜਪਜੀ ਸਾਹਿਬ ਸਵੇਰੇ, ਰਾਤ ਨੂੰ ਰਹਿਰਾ ਸਾਹਿਬ, ਔਰ ਦਿਨੇ ਬਾਕੀ ਤਾਤੀ ਵਾਵ ਨੂੰ ਲਾਗੀ। ਰਾਈਟ। ਤੇ ਜਵਾਨਾਂ ਨੂੰ ਕਹਿਣਾ ਹਿੰਮਤ ਰੱਖੋ, ਕੁਝ ਪਹੁੰਚ ਜਾਏਗੇ। ਪਰ ਮੈਨੂੰ ਪਤਾ ਸੀਗਾ ਕਿ ਪਹੁੰਚਣਾ ਨਹੀਂ, ਅਸੀਂ ਮਰ ਜਾਣਾ ਹੈ। ਲੇਕਿਨ ਐਜ਼ ਐਨ ਆਫਸਰ, ਐਜ਼ ਅ ਲੀਡਰ, ਆਈ ਕੁਡ ਨਾਟ ਗਿਵ them ਕਿ ਉਹ ਨੈਗੇਟਿਵ ਫੋਰਸਿਸ ਨੂੰ ਤੁਸੀਂ ਭਾਰੂ ਨਹੀਂ ਕਰ ਸਕਦੇ ਸੀ। ਪਰ ਪਰਮਾਤਮਾ ਸਾਡੇ ਨਾਲ ਸੀ, ਪਹੁੰਚ ਗਏ। ਸੋ ਇਹਦੇ ਵਿੱਚ ਇਸ ਮਾਹੌਲ ਦੇ ਵਿੱਚ ਡਰ ਜਿਹੜਾ ਹੈਗਾ ਕੀ ਨਹੀਂ ਆਉਂਦਾ ਜੀ ਇੱਕ ਫੌਜੀ ਨੂੰ? ਜਦੋਂ ਅਸੀਂ ਲੜਾਈ ਲੜਦੇ ਹਾਂ, ਦੁਸ਼ਮਣ ਸਾਹਮਣੇ ਹੁੰਦਾ ਹੈ, ਡਰ ਬਿਲਕੁਲ ਨਹੀਂ ਹੁੰਦਾ। ਉਹ ਤਾਂ ਹੁੰਦਾ ਕਿ ਜਾਂ ਤਾਂ ਉਹ ਮਾਰਨਾ, ਅਸੀਂ ਉਹਨੂੰ ਮਾਰ ਦਾਂਗੇ, ਨਹੀਂ ਤਾਂ ਸਾਨੂੰ ਮਾਰ ਦੇਗਾ, ਅੱਗੇ ਨਿਕਲ ਜਾਏਗਾ, ਅੱਗੇ ਨਹੀਂ ਨਿਕਲਦਾ ਉਹਨੂੰ, ਅੱਗੇ ਵਧਣ ਨਹੀਂ ਦੇਣਾ, ਅਸੀਂ ਇੱਥੇ ਮਾਰਨਾ ਹੈ। ਡਰ ਉਦੋਂ ਸ਼ੁਰੂ ਹੋਇਆ ਜਦੋਂ ਅਸੀਂ ਹਾਰ ਗਏ। ਰਾਈਟ। ਤੀਜੇ ਚੌਥੇ ਦਿਨ ਆ ਗਿਆ, ਹੈ ਹੁਣ ਤਾਂ ਕਿੱਥੇ ਜਾਵਾਂਗੇ, ਹੁਣ ਤਾਂ ਕੋਈ ਹੈ ਹੀ ਨਹੀਂ। ਰਾਈਟ। ਪਰ ਫਿਰ ਵੀ ਜਿਹੜਾ ਅਫਸਰ ਦਾ ਕੰਮ ਹੈ ਡਰ ਨੂੰ ਦਬਾ ਕੇ ਰੱਖਣਾ, ਜਵਾਨ ਦੇ ਸਾਹਮਣੇ ਫੋਰਸਿਸ ਦਾ ਮੋਰਲ ਜਿਹੜਾ ਉਸ ਨੂੰ ਹਾਈ ਰੱਖਣਾ। ਓਕੇ, ਹੁਣ ਬ੍ਰਿਗੇਡੀਅਰ ਸਾਹਿਬ ਇਹ ਦੱਸੋ ਕਿ ਜਿਸ ਹਿਸਾਬ ਨਾਲ ਹੁਣ ਇੰਡੀਅਨ ਫੌਜ ਦੀ ਅਸੀਂ ਗੱਲ ਕਰਨੇ, ਇਟ ਇਜ਼ ਵਨ ਆਫ ਦ ਬੈਸਟ ਸਟਿਲ ਇਨ ਦ ਵਰਲਡ। ਫੌਜ ਦੀ ਨੌਕਰੀ ਦਾ ਕੋਈ ਮਿਸਾਲ ਨਹੀਂ ਮਿਲਦੀ। ਇੱਕ ਬੰਦਾ ਜਿਹੜਾ ਫੌਜੀ ਹੈ ਉਹ ਸਾਰੀ ਉਮਰ ਹੀ ਉਹ ਫੌਜੀ ਰਹਿੰਦਾ ਹੈਗਾ, ਉਹਦੇ 'ਚੋਂ ਬਦਲਾਅ ਨਹੀਂ ਆਉਂਦਾ। ਬਟ ਹੁਣ ਜਿਸ ਤਰ੍ਹਾਂ ਇੱਕ ਟ੍ਰੈਂਡ ਜੋ ਅਸੀਂ ਪਹਿਲਾਂ ਵੀ ਥੋੜ੍ਹਾ ਜਿਹਾ ਟੱਚ ਕੀਤਾ ਸੀ ਕਿ ਫੌਜ ਵਿੱਚ ਘੱਟ ਸਾਡੇ ਨੌਜਵਾਨ ਜਾ ਰਹੇ ਨੇ। ਕੈਨੇਡਾ ਵਿੱਚ ਵੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਕਿ ਸਾਡੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਏ ਕਿ ਕੈਨੇਡੀਅਨ ਫੌਜ ਵਿੱਚ ਹੀ ਤੁਸੀਂ ਆ ਕੇ ਪਾਰਟਿਸਿਪੇਟ ਕਰੋ, ਇਸ ਦਾ ਹਿੱਸਾ ਬਣੋ। ਪਰ ਸਾਡੇ 'ਚੋਂ ਉਹ ਜਜ਼ਬਾ ਨਜ਼ਰ ਨਹੀਂ ਆ ਰਿਹਾ ਇੱਥੇ ਵੀ। ਉੱਧਰ ਤੇ ਪ੍ਰੋਬਲਮ ਕੋਟੇ ਦੀ ਤੁਸੀਂ ਗੱਲ ਕੀਤੀ ਕਿ ਉਸ ਦੇ ਆਧਾਰ ਤੇ ਜਾਂਦੇ ਸੀ, ਪਰ ਹੁਣ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਕਿ ਸਾਡੇ ਨੌਜਵਾਨ ਫਿਟ ਹੀ ਨਹੀਂ ਹੈਗੇ। ਦੇ ਆਰ ਨਾਟ ਬੀਇੰਗ ਜਦੋਂ ਰਿਕਰੂਟਮੈਂਟਸ ਹੁੰਦੀਆਂ ਨੇ ਉਹਦੇ 'ਚੋਂ ਫਿਜ਼ੀਕਲੀ ਹੀ ਨਹੀਂ ਫਿਟ ਹੋ ਰਹੇ ਕਿਉਂਕਿ ਡਰੱਗਸ ਵਗੈਰਾ ਦਾ ਬੜੀ ਪ੍ਰੋਬਲਮ ਪਈ ਹੋਈ ਹੈ। ਸੋ ਐਜ਼ ਅ ਫੌਜੀ, ਐਜ਼ ਅ ਬ੍ਰਿਗੇਡੀਅਰ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਮਿਊਨਿਟੀ ਨੂੰ ਕਿ ਜਿਹੜੇ ਬੱਚਿਆਂ ਨੂੰ ਕਿਉਂ ਜ਼ਰੂਰਤ ਹੈਗੀ ਕਿ ਫੌਜ ਵਾਲੇ ਪਾਸੇ ਉਹਨਾਂ ਨੂੰ ਜ਼ਰੂਰ ਪ੍ਰੇਰਿਤ ਕੀਤਾ ਜਾਵੇ? ਫੌਜ ਇੱਕ ਬਹੁਤ ਜ਼ਰੂਰੀ ਅੰਗ ਹੈ ਹਰ ਇੱਕ ਮੁਲਕ ਦਾ, ਹਰ ਦੇਸ਼ ਦਾ। ਫੌਜ ਜਿਹੜੀ ਹੈ ਇਹ ਇਨਸਾਨ ਨੂੰ ਡਿਸਪਲਿਨ ਸਿਖਾਉਂਦੀ ਹੈ, ਹੈਲਥ ਦਿੰਦੀ ਹੈ, ਟਾਈਮ ਦੀ ਪਾਬੰਦੀ ਸਿਖਾਉਂਦੀ ਹੈ, ਮੈਨੇਜਮੈਂਟ, ਇੱਕ ਦੂਜੇ ਨਾਲ ਕੋਆਪਰੇਸ਼ਨ ਸਿਖਾਉਂਦੀ ਹੈ। ਰਾਈਟ। ਤਦੇ ਹੀ ਪਹਿਲੇ ਕਈ ਮੁਲਕਾਂ 'ਚ ਕੰਪਲਸਰੀ ਟ੍ਰੇਨਿੰਗ ਹੁੰਦੀ ਸੀ। ਕੰਪਲਸਰੀ ਮੀਨਸ ਨੈਸ਼ਨਲ ਸਰਵਿਸ। ਰਾਈਟ। 2 ਸਾਲ ਲਈ ਹਰ ਇੱਕ ਲੜਕੀ ਨੂੰ, ਮੁੰਡੇ ਕੁੜੀ ਨੂੰ ਭੇਜਿਆ ਜਾਂਦਾ ਸੀ ਤਾਂ ਕਿ ਉਸ ਟ੍ਰੇਨ ਲੈ ਕੇ ਫਿਰ ਵਾਪਸ ਆ ਜਾਏ, ਯੂਨੀਵਰਸਿਟੀ ਚਲਾ ਜਾਏ, ਪੜ੍ਹ ਲਏ, ਅਦਾਰਿਆਂ ਚਲਾ ਜਾਏ, ਕੰਮ ਕਰ ਲਵੇ। ਲੇਕਿਨ ਉਹਦੇ ਨਾਲ ਫਿਰ ਪ੍ਰੇਰਣਾ ਮਿਲਦੀ, ਉਹਨੂੰ ਪਤਾ ਸੀਗਾ ਕਿ ਪੂਰਾ ਕਾਰੋਬਾਰ, ਕੰਮਕਾਰ ਠੀਕ ਚੰਗੇ ਤਰੀਕੇ ਨਾਲ ਚਲਾ ਸਕੇਗਾ। ਜੀ। ਟ੍ਰੈਜੇਡੀ, ਆਪਣੀ ਤਰਾਸਦੀ ਇਹ ਹੈ ਕਿ ਪੰਜਾਬ 'ਚ ਡਰੱਗ ਇੰਨਾ ਹੋ ਗਿਆ ਹੈ ਕਿ ਹੁਣ ਕੋਈ ਫਿੱਟ ਹੀ ਨਹੀਂ ਮੁੰਡੇ ਮਿਲਦੇ ਕਿ ਜੇ ਕਿ ਪਾਸ ਕਰ ਸਕਣ ਫਿਜ਼ੀਕਲ ਫਿਟਨੈਸ ਔਰ ਐਜੂਕੇਸ਼ਨ ਦੇ ਟੈਸਟ ਜਿਹੜੇ ਆ। ਵਿਦ ਰਿਜ਼ਲਟ ਜਿਹੜੇ ਸਾਊਥ ਇੰਡੀਆ ਦੇ ਜਾਂ ਵੈਸਟ ਇੰਡੀਆ ਦੇ ਉਹ ਜਾ ਰਹੇ ਭਰਤੀ ਹੋ ਰਹੇ, ਦੇ ਕੁਆਲੀਫਾਈ। ਤੇ ਇਸ ਕਰਕੇ ਆਪਣੇ ਪ੍ਰਕਾਸ਼ ਸਿੰਘ ਬਾਦਲ ਤੇ ਕਈ ਆਪਣੇ ਮੇਰੇ ਦੋਸਤ ਨੇ, ਜਨਰਲ BS ਗਰੇਵਾਲ, ਉਹ ਲੱਗੇ ਹੋਏ ਨੇ ਆਪਣੇ ਲੜਕਿਆਂ ਨੂੰ ਕੋਸ਼ਿਸ਼ ਕਰ ਰਹੇ ਨੇ ਇਸ ਪਾਸੇ ਲਿਆਉਣ ਦੀ। ਇਸੇ ਤਰ੍ਹਾਂ ਕੈਨੇਡਾ ਵਿੱਚ ਆਪਣੀ ਕੌਮ ਦਾ ਬੜਾ, ਇੱਥੇ ਆਪਣੀ ਜਿਹੜੇ ਪੰਜਾਬੀਆਂ ਦਾ ਬਹੁਤ ਯੋਗਦਾਨ ਹੈ। ਔਰ ਇਹ ਕੈਨੇਡੀਅਨ ਜਿਹੜੇ ਗੋਰੇ ਹੈ ਇਹ ਬੜਾ ਪਸੰਦ ਕਰਦੇ ਨੇ, ਆਪਣੇ ਬੜੇ ਰਿਣੀਦਾਰ ਨੇ ਕਿ ਹਾਂ ਇਹ ਪੰਜਾਬੀਆਂ ਨੇ ਬੜਾ ਕੰਟਰੀਬਿਊਸ਼ਨ ਕੀਤਾ ਕੈਨੇਡਾ। ਆਪਾਂ ਨੂੰ ਵੀ ਚਾਹੀਦਾ ਹੈ ਆਪਣੇ ਲੜਕੇ ਲੜਕੀਆਂ ਨੂੰ ਜਿੱਥੋਂ ਤੱਕ ਹੋ ਸਕੇ ਕੁਛ ਨਾ ਕੁਛ ਹੱਦ ਤੱਕ some percentage must go to Canadian forces. ਉੱਥੇ ਜਾ ਕੇ ਹੌਲੀ ਹੌਲੀ ਪਤਾ ਲੱਗੇਗਾ ਉਹਨਾਂ ਨੂੰ ਕਿ ਸਾਡੇ ਲੋਕਾਂ 'ਚ ਕਿੰਨਾ ਜਜ਼ਬਾ ਹੈ, ਕਿੰਨੀ ਮੁਹਾਰਤ ਹੈ। ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਦੀ ਜਦੋਂ ਅਸੀਂ ਗੱਲ ਕਰਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਫੌਜੀਆਂ ਨੇ ਜਾ ਕੇ ਕੰਟਰੀਬਿਊਸ਼ਨ ਕੀਤੀ ਹੈਗੀ ਹੈ। ਗੱਲਾਂ ਤਾਂ ਬਹੁਤ ਕਰਨੀਆਂ ਪਰ ਸਮਾਂ ਨਹੀਂ ਆਇਆ ਜਾ ਰਿਹਾ। ਅਖੀਰ ਵਿੱਚ ਬਰੀਫਲੀ ਤੁਹਾਡੇ ਲਾਈਫ ਦਾ ਐਕਸਪੀਰੀਅੰਸ ਜੇਕਰ ਉਸ ਦੀ ਜਿਸਟ ਕੱਢਣੀ ਹੋਏ ਤੇ ਵਾਟ ਵੁੱਡ ਦੈਟ ਬੀ? ਟੂ ਸਕਸੀਡ ਵਾਟ ਸ਼ੁੱਡ ਵਨ ਡੂ?
हाई मोरल, डिसिप्लिन, जी, विल टू विन, ठीक। डिटर्मिनेशन, राइट, ऑलवेज हार्ड वर्क। ठीक। जी सर। Wonderful, sir. It was a pleasure talking to you. Thank you very much and best wishes. Thank you very much.